ਅਗਲੀ ਖਬਰ ਜਿਹੜੀ ਦੱਸਦੇ ਜਾਈਏ ਫੈਡਰਲ ਰਿਜ਼ਰਵ ਵਾਲੇ ਇਹ ਵੀ ਇੱਕ ਕਹਿ ਸਕਦੇ ਆ ਵੀ ਗੁੱਡ ਨਿਊਜ਼ ਆ ਜਿਹੜੇ ਇੰਟਰਸਟ ਰੇਟ ਦੇ ਉੱਤੇ ਨਜ਼ਰ ਰੱਖਦੇ ਆ। ਕਹਿੰਦੇ ਵੀ ਇਸ ਸਾਲ ਦੇ ਵਿੱਚ ਦੋ ਵਾਰ ਫਿਰ ਜਿਹੜਾ ਇੰਟਰਸਟ ਰੇਟ ਆ ਉਹ ਘਟਾਇਆ ਜਾ ਸਕਦਾ ਆ। ਫੈਡਰਲ ਰਿਜ਼ਰਵ ਕਹਿੰਦੇ ਵੀ ਅਗਲੇ ਵੀਕ ਦੇ ਵਿੱਚ 25 ਬੇਸਿਸ ਪੁਆਇੰਟ ਕੁਆਟਰ ਪਰਸੈਂਟ ਤੇ ਦਸੰਬਰ ਦੇ ਵਿੱਚ ਇੱਕ ਵਾਰੀ ਫਿਰ ਕੁਆਟਰ ਪਰਸੈਂਟ ਜਿਹੜੇ ਇੰਟਰਸਟ ਰੇਟ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਕਰ ਸਕਦਾ ਹੈਗਾ ਆ। ਸੋ ਰੋਇਟਰਸ ਦੀ ਜਿਹੜੀ ਪੋਲ ਹੋਈ ਸੀ ਇਕਨੋਮਿਸਟ ਦੀ ਅਰਥਸ਼ਾਸਤਰੀਆਂ ਦੀ, ਕਹਿੰਦੇ ਵੀ ਉਹ ਉੱਦਾਂ ਇਸ ਚੀਜ਼ ਦੇ ਉੱਤੇ ਡਿਵਾਈਡਡ ਨਜ਼ਰ ਜਿਹੜੇ ਉਹ ਆ ਰਹੇ ਆ ਵੀ ਅਗਲੇ ਸਾਲ ਦੇ ਅਖੀਰ ਤੱਕ ਇੰਟਰਸਟ ਰੇਟਸ ਜਿਹੜੇ ਉਹ ਕਿੱਥੇ ਹੋਣਗੇ। ਮਹੀਨਾ ਪਹਿਲਾਂ ਇਹੀ ਅਰਥਸ਼ਾਸਤਰੀ ਮੰਨਦੇ ਸੀਗੇ ਵੀ ਇਸ ਸਾਲ ਦੇ ਵਿੱਚ ਇੱਕ ਵਾਰ ਹੋਰ ਇੰਟਰਸਟ ਰੇਟ ਕੱਟ ਜਿਹੜੇ ਉਹ ਆ ਸਕਦੇ ਹੈਗੇ ਨੇ, ਪਰ ਹੁਣ ਕਹਿੰਦੇ ਵੀ ਅਚਨਚੇਤੇ ਜਿਹੜਾ ਇਹਨਾਂ ਨੇ ਦੋ ਇੰਟਰਸਟ ਰੇਟ ਕੱਟ ਕਰਨ ਦੀ ਜਿਹੜੀ ਆ ਉਹ ਲਾਈਨ ਫੜ ਲਈ ਆ। ਕਹਿੰਦੇ ਵੀ ਰਿਸਕ ਇਸ ਟਾਈਮ ਐਲੀਵੇਟਡ ਇਨਫਲੇਸ਼ਨ ਦਾ ਉਹਦਾ ਖਤਰਾ ਜਿਹੜਾ ਉਹ ਬਣਿਆ ਪਿਆ, ਟੈਰਿਫ ਦੇ ਜਿਹੜਾ ਉਹ ਚੱਲਦੇ ਆ, ਲੇਬਰ ਮਾਰਕੀਟ ਕਾਫੀ ਵੀਕ ਜਿਹੜੀ ਆ ਉਹ ਹੋ ਚੁੱਕੀ ਆ ਤੇ ਹੁਣ ਜਿਹੜਾ ਫੈਡ ਆ ਉਹ ਕਹਿੰਦਾ ਵੀ ਆਪਣੀਆਂ ਜਿਹੜੀਆਂ ਪ੍ਰਾਇਓਰਟੀਜ਼ ਆ ਉਹਨਾਂ ਦੇ ਵਿੱਚ ਉਹਨਾਂ ਨੇ ਉਥਲ-ਪੁਥਲ ਕਰਦੇ ਹੋਏ ਰੇਟ ਕੱਟਸ ਆ ਉਸ ਨੂੰ ਹੁਣ ਮੋਹਰੇ ਲੈ ਆਂਦਾ ਆ। ਸੋ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਵੀ ਹਰਜੋਤ ਸਿੰਘ ਜੀ ਦੋ ਇੰਟਰਸਟ ਰੇਟ ਕੱਟ ਆਪਾਂ ਦੇਖੇ ਸੀ। ਇਸ ਸਾਲ 'ਚ ਇੱਕ ਵਾਰੀ ਆਲਰੇਡੀ ਹੋ ਚੁੱਕਾ ਹੈ ਤੇ ਦੋ ਹੋਰ ਇੰਟਰਸਟ ਰੇਟ ਕੱਟ ਕਰਨ ਦੀ ਜਿਹੜੀ ਸੰਭਾਵਨਾ ਹੈ ਉਹ ਸਾਹਮਣੇ ਆ ਰਹੀ ਹੈ। ਸੋ ਦੋ ਇੰਟਰਸਟ ਰੇਟ ਕੱਟ ਕਰਨ ਦਾ ਮਤਲਬ ਆ ਵੀ 0.5% ਇੰਟਰਸਟ ਰੇਟ ਜਿਹੜਾ ਉਹ ਥੱਲੇ ਨੂੰ ਜਿਹੜਾ ਜਾਊਗਾ। ਸੋ ਇਸ ਸਾਲ ਦੇ ਵਿੱਚ 0.5% ਇੰਟਰਸਟ ਰੇਟ ਘੱਟ ਜਿਹੜਾ ਉਹ ਜਾਵੇਗਾ। ਪਿਛਲੇ ਸਾਲ ਵੀ ਅੱਧਾ ਤੋਂ 0.5% ਇੰਟਰਸਟ ਰੇਟ ਕੱਟ ਜਿਹੜਾ ਹੈ ਉਹਨਾਂ ਨੇ ਜਿਹੜਾ ਉਹ ਕੀਤਾ ਸੀਗਾ। ਸੋ ਦਸੰਬਰ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਸ਼ਾਇਦ ਇਹ ਸੋਚਿਆ ਜਾ ਰਿਹਾ ਵੀ 0.5% ਇੰਟਰਸਟ ਰੇਟ ਕੱਟ ਉਦੋਂ ਹੀ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਪੂਰੇ ਸਾਲ ਦਾ 1% ਕੱਟ ਵੀ ਜਿਹੜਾ ਉਹ ਆ ਸਕਦਾ ਹੈਗਾ ਆ। ਸੋ ਇੰਟਰਸਟ ਰੇਟ ਕਟੌਤੀ ਵੱਲ ਨੂੰ ਜਿਹੜੀ ਫੈਡ ਰਿਜ਼ਰਵ ਆ ਉਹ ਅੱਗੇ ਵੱਧ ਰਿਹਾ ਆ। ਗਵਰਨਮੈਂਟ ਸ਼ਟਡਾਊਨ ਜੋ ਕਿ ਤੀਜੇ ਹਫਤੇ ਦੇ ਵਿੱਚ ਹਰਜੋਤ ਸਿੰਘ ਜੀ ਚੱਲ ਰਹੀ ਆ, ਉਹਦੇ ਨਾਲ ਜਿਹੜਾ ਅਫੀਸ਼ੀਅਲ ਡਾਟਾ ਆ ਉਹ ਡਿਲੇ ਹੋ ਚੁੱਕਾ ਆ, ਉਹ ਆ ਨਹੀਂ ਰਿਹਾ। ਨਾ ਹੀ ਇਨਫਲੇਸ਼ਨ ਬਾਰੇ ਜਿਹੜਾ ਉਹ ਕੋਈ ਅਸਲ ਨੰਬਰ ਜਿਹੜੇ ਉਹ ਸਾਹਮਣੇ ਆ ਰਹੇ ਆ ਤੇ ਨਾ ਹੀ ਲੇਬਰ ਮਾਰਕੀਟ ਦੇ। ਉਹ ਤਾਂ ਪ੍ਰਾਈਵੇਟ ਜਿਹੜਾ ADP ਆ ਉਸ ਦੇ ਡਾਟਾ ਦੇ ਸਹਾਰੇ ਥੋੜਾ ਬਹੁਤਾ ਜਿਹੜਾ ਉਹ ਪਤਾ ਲੱਗ ਰਿਹਾ ਆ। ਇਹਨਾਂ ਨੂੰ ਤਾਂ ਹਰਜੋਤ ਸਿੰਘ ਜੀ ਡਾਟਾ ਜਿਹੜਾ ਉਹ ਪਤਾ ਹੁੰਦਾ ਹੈ, ਇੱਕ ਆਮ ਪਬਲਿਕ ਲਈ ਇਹ ਜਿਹੜਾ ਡਾਟਾ ਆ ਉਹ ਨਸ਼ਰ ਨਹੀਂ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ। ਸੋ ਫੈਡ ਜਿਹੜੇ ਆ ਦੋ ਇੰਟਰਸਟ ਰੇਟ ਕੱਟ ਇੱਕ ਅਗਲੇ ਹਫਤੇ ਤੇ ਇੱਕ ਦਸੰਬਰ ਮਹੀਨੇ ਦੇ ਵਿੱਚ ਕਰਨ ਜਿਹੜਾ ਹੋ ਜਾ ਰਿਹਾ ਆ। ਇਹਦੇ ਨਾਲ ਦੇਖਦੇ ਹਾਂ ਵੀ ਮਾਰਕੀਟਸ ਦੇ ਉੱਤੇ ਕੀ ਓਵਰਆਲ ਅਸਰ ਪਵੇਗਾ। ਕਾਰਨ ਕੀ ਆ? ਸਿੱਧਾ ਆ ਵੀ ਦੇਖੋ, ਬੇ ਏਰੀਏ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਬਹੁਤ ਸਾਰੇ ਜਿਹੜੇ ਬਿਲਡਰਸ ਆ ਬੇ ਏਰੀਏ ਦੇ ਵਿੱਚ ਨਵੇਂ ਘਰ ਬਣਾਉਂਦੇ ਆ, ਉਹਨਾਂ ਨੇ ਆਪਣੇ ਸਾਰੇ ਜਿਹੜੇ EMPLOYEES ਆ ਉਹ ਜਿਹੜੇ ਪ੍ਰੋਜੈਕਟਸ ਆ ਉਹ ਡਿਲੇ ਕਰ ਦਿੱਤੇ 2 ਮਹੀਨੇ ਲਈ। ਠੀਕ ਹੈ। ਕਹਿੰਦੇ ਵੀ ਨਵੰਬਰ ਤੇ ਦਸੰਬਰ ਦੇ ਵਿੱਚ ਤੁਸੀਂ ਕੰਮ ਨਹੀਂ ਕਰ ਸਕਦੇ, ਵਿਦਆਊਟ ਵਰਕ ਹੋਊਗੇ, ਜਨਵਰੀ ਦੇ ਵਿੱਚ ਕੰਮ ਜਿਹੜਾ ਸਟਾਰਟ ਕਰਾਂਗੇ। ਸੋ ਇਹ ਤਾਂ ਤੁਸੀਂ ਅੰਦਾਜ਼ਾ ਲਾ ਰਹੋ। ਅੱਜ ਸਵੇਰੇ ਮੈਂ ਇੱਕ ਰੀਅਲ estate ਏਜੰਟ ਨਾਲ ਗੱਲ ਕਰਦਾ ਸੀ, ਜੀ। ਉਹ ਕਹਿੰਦਾ ਵੀ ਮਾਰਕੀਟ ਟੋਟਲੀ ਡੈਡ ਲੱਗਦੀ ਆ, ਕੋਈ ਵੀ ਐਕਟੀਵਿਟੀ ਨਹੀਂ ਹੋ ਰਹੀ ਹੈਗੀ। ਸੋ ਕਿਉਂਕਿ ਇਹ H1 ਵੀਜ਼ੇ ਨੂੰ ਲੈ ਕੇ ਬੇ ਏਰੀਏ ਦੇ ਵਿੱਚ ਬਹੁਤ ਵੱਡਾ ਅਸਰ ਸੀ। ਸੋ ਉਹ ਤੁਹਾਡੇ ਸਾਹਮਣੇ ਹੀ ਆ। ਪਰ ਇਹ ਆ ਵੀ ਘਬਰਾਏ ਅੱਜ ਹੋਏ। ਦੀ H1 ਵਾਲੀ ਜਿਹੜੀ ਖੁਸ਼ਖਬਰੀ ਆ ਕਾਈਂਡ ਆਫ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਐਟਲੀਸਟ H1 ਜਿਹੜੇ ਉਹ ਚੱਲ ਰਹੇ ਆ ਵੀ ਅਮੈਂਡਮੈਂਟ ਕਰਨੀ ਹੈ ਜਾਂ ਰੀਨਿਊ ਕਰਨੇ ਆ, ਵੀ ਉਹਨਾਂ ਨੂੰ $1,00,000 ਫੀਸ ਨਹੀਂ ਪਊਗੀ। ਜੀ ਹਰਜੋਤ ਜੀ ਕੰਟੀਨਿਊ ਜੀ। ਜੀ, ਤੇ ਦੂਸਰਾ ਹੋਰ ਇੰਡਸਟਰੀ ਦੇ ਵਿੱਚ ਵੀ ਜਿਸ ਤਰ੍ਹਾਂ ਆਪਾਂ ਸੈਂਟਰ ਵੈਲੀ 'ਚ ਟਰੱਕਿੰਗ ਇੰਡਸਟਰੀ ਨੂੰ ਦੇਖਦੇ ਹਾਂ, ਕਿੰਨਾ ਬੁਰਾ ਹਾਲ ਹੈਗਾ। ਬਹੁਤ ਸਾਰੇ ਉਦਾਂ ਜਿਹੜੇ ਆਪਣੇ ਓਵਰਆਲ ਭੈਣ ਭਰਾ ਮਹਿੰਗਾਈ ਕਿੰਨੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਬਹੁਤ ਸਾਰਿਆਂ ਦੇ ਲਾਇਸੈਂਸ ਚਲੇ ਗਏ ਆ। ਸੋ ਲੋਕ ਜਿਹੜੇ ਆ ਐਡੀ ਵੱਡੀ ਜਿਹੜੀ ਇਨਵੈਸਟਮੈਂਟ ਕਰਨੀ ਆ ਉਹ ਸੋਚੂਗੇ ਉਹਨੂੰ ਕਰਨ ਤੋਂ ਪਹਿਲਾਂ। ਸੋ ਇਹ ਇਸੇ ਕਰਕੇ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ, ਜੇ ਇੰਟਰਸਟ ਰੇਟ ਘਟਾਉਂਦਾ ਹੈ ਉਹ ਇਹੀ ਹੈ ਇੱਕ ਤਰ੍ਹਾਂ ਨਾਲ ਬੰਪ ਕਰਨ ਦੇ ਲਈ ਵੀ ਫੇਰ ਜਿਹੜੀ ਐਕਟੀਵਿਟੀ ਲੋਕ ਖਰੀਦੋ ਫਰੋਖਤ ਜਿਹੜੀ ਉਹ ਸ਼ੁਰੂ ਕਰਨ। ਉਦਾਂ ਵੈਸੇ ਹਰਜੋਤ ਸਿੰਘ ਜੀ ਸਾਰੇ ਜਾਣੇ ਕਹਿ ਰਹੇ ਆ ਵੀ ਜੇਬ ਤੇ ਭਾਰ ਬੜਾ ਆ, ਖਰਚਾ ਬੜਾ ਆ, ਮਹਿੰਗਾ ਬੜਾ ਆ, ਪਰ ਤੁਸੀਂ ਬਾਹਰ ਜਾਓ, ਮਾਲਾਂ 'ਚ ਦੇਖੋ, ਸੜਕਾਂ ਤੇ ਦੇਖੋ ਤੇ ਲੋਕ ਸਾਰੇ ਬਾਹਰ ਹੀ ਆ। ਲੋਕਾਂ ਨੂੰ ਕਈ ਵਾਰੀ ਆਪ ਨੂੰ ਵੀ ਬੜਾ ਭੁਲੇਖਾ ਜਿਹੜਾ ਹੋ ਰਹਿੰਦਾ ਵੀ ਕੀ ਵਾਕਈ ਇਕਨੋਮਿਕ ਸਲੋ ਡਾਊਨ ਆ ਜਾਂ ਲੋਕ ਵੈਸੇ ਹੀ ਜਿਹੜਾ ਉਹ ਕਹੀ ਜਾ ਰਹੇ। ਪਰ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀ ਘਰਾਂ ਵਾਲੀ ਗੱਲ ਦੇ ਵਿੱਚ ਹੀ, ਇੱਕ ਬੰਦਾ ਦੱਸ ਰਿਹਾ ਸੀਗਾ, ਕਹਿੰਦਾ ਵੀ ਘਰ ਬਣਾਉਣਾ ਹੁਣ ਪਹਿਲਾਂ ਦੇ ਨਾਲੋਂ $1.5 ਲੱਖ ਉਸ ਦੇ ਵਿੱਚ ਐਕਸਟਰਾ ਖਰਚਾ ਹੋ ਰਿਹਾ ਜੇ ਟੈਰਿਫ ਲੱਗਣੇ ਆ। ਇਹ ਟੈਰਿਫ ਤੋਂ ਪਹਿਲਾਂ ਦੀ ਗੱਲ ਆ। ਜੇ ਹੁਣ ਟੈਰਿਫ ਜਦੋਂ ਹੋਰ ਉਸ ਦੇ ਵਿੱਚ ਐਡ ਕਰ ਲਓ ਤਾਂ ਉਹ ਘਰ ਬਣਾਉਣਾ ਹੁਣ ਹੋਰ ਵੀ ਜ਼ਿਆਦਾ ਜਿਹੜਾ ਉਹ ਮਹਿੰਗਾ
ਸੌਦਾ ਜਿਹੜਾ ਉਹ ਬਣਦਾ ਜਿਹੜਾ ਉਹ ਜਾ ਰਿਹਾ ਆ। ਸੋ ਨੋ ਡਾਊਟ ਰੀਅਲ estate ਨੂੰ ਬੰਪ ਕਰਨ ਦੇ ਲਈ ਜਿਹੜੀ ਇਸ ਟਾਈਮ ਸਟੈਗਨੈਂਸੀ ਆਈ ਹੋਈ ਹੈ ਇਸ ਪੂਰੀ ਮਾਰਕੀਟ 'ਚ, ਮੌਰਗੇਜ ਦੇ ਵਿੱਚ, ਰੀਅਲ estate ਦੇ ਵਿੱਚ, ਉਸ ਨੂੰ ਥੋੜ੍ਹਾ ਜਿਹਾ ਹੁਲਾਰਾ ਜਿਹੜਾ 2 ਇੰਟਰਸਟ ਰੇਟ ਕੱਟਸ ਇਸ ਸਾਲ ਦੇ ਵਿੱਚ ਹੋਰ ਦੇ ਕੇ ਜਿਹੜਾ ਉਹ ਕਰਨਾ ਜਿਹੜਾ ਉਹ ਜ਼ਰੂਰ ਚਾਹੁੰਦੇ ਆ। ਸੋ ਪਰ ਇਹ ਵੀ ਜਿਹੜਾ ਹਰਜੋਤ ਸਿੰਘ ਜੀ, ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਜ਼ਰੂਰ ਹੁੰਦੀ ਆ, ਮਾਰਕੀਟ ਦੇ ਵਿੱਚ ਫਿਰ ਵੀ ਕੁਛ ਨਾ ਕੁਛ ਅਜਿਹੇ ਲੋਕ ਹਮੇਸ਼ਾ ਹੀ ਰਹਿੰਦੇ ਆ ਜਿਨ੍ਹਾਂ ਨੇ ਘਰ ਖਰੀਦਣੇ ਹੁੰਦੇ ਆ, ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਕਿਸੇ ਦੀ ਕਿਸੇ ਤਰੀਕੇ ਦੀ, ਕਿਸੇ ਤਰੀਕੇ ਦੀ, ਕਿਸੇ ਦੇ ਕੋਲ ਮਨੀ ਸੇਵ ਪਈ ਹੁੰਦੀ ਆ। ਸੋ ਉਹ ਅਜਿਹੇ ਮੌਕਿਆਂ ਦਾ ਜਿਹੜਾ ਉਹ ਉਹਨਾਂ ਨੂੰ ਜ਼ਰੂਰ ਫਾਇਦਾ ਦੇਖਣਾ ਚਾਹੀਦਾ ਵੀ ਹਾਂ ਲਾਹੇਵੰਦ ਦਾ ਸੌਦਾ ਜਾਂ ਨਹੀਂ ਲਾਹੇਵੰਦ। ਜਿਨ੍ਹਾਂ ਨੇ ਇਮੀਗ੍ਰੇਸ਼ਨ ਦਾ ਕੋਈ ਟੈਨਸ਼ਨ ਨਹੀਂ, ਕੋਈ ਪੇਪਰ ਵਰਕ ਵਾਲੀ ਕੋਈ ਟੈਨਸ਼ਨ ਨਹੀਂ, ਮਨੀ ਉਹਨਾਂ ਕੋਲ ਸੇਵਡ ਪਈ ਆ, ਤੇ ਜੇ ਇੰਟਰਸਟ ਰੇਟ ਪਰਸੈਂਟ ਆ 1% ਤੱਕ ਜਾਂ 0.25% ਤੱਕ ਘਟਦੇ ਆ ਤੇ ਇਵੈਂਚੁਅਲੀ ਉਹਨਾਂ ਨੂੰ ਗੁੱਡ ਡੀਲ ਮਿਲ ਸਕਦੀ ਆ। ਇੱਕ ਇਹ ਵੀ ਮਿਲਦਾ ਨਾਲ ਹੀ ਆ ਹਰਜੋਤ ਸਿੰਘ ਜੀ ਵੀ ਰੀਫਾਈਨੈਂਸ ਦੀ ਮਾਰਕੀਟ ਨੂੰ ਵੀ ਇਹਨਾਂ ਨੇ ਬੰਪ ਜਿਹੜਾ ਉਹ ਕਰਨਾ ਆ। ਸੋ ਇਹ ਸਾਰੇ ਜਿਹੜੇ ਮੁੱਦੇ ਇਸ ਦੇ ਨਾਲ ਜਿਹੜਾ ਜੋੜ ਕੇ ਆ ਉਹ ਚੱਲ ਰਹੇ ਆ। ਜੀ।